ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ ਟੀਵੀ। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਈਮੈਕਸ ਦੇ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਭਾਰਤ ਦੇ ਵਿੱਚ ਹਵਾਈ ਅੱਡਿਆਂ ਤੇ ਯਾਤਰੀਆਂ ਦੀ ਸੈਂਪਲਿੰਗ ਸ਼ੁਰੂ। ਭਾਰਤ ਦੇ ਵਿੱਚ ਯਾਤਰੀ ਸਮੇਤ ਹਵਾਈ ਸਫ਼ਰ ਕਰ ਸਕਣਗੇ ਸਿੱਖ। ਅਮਰੀਕਾ 'ਚ ਭਾਰੀ ਬਰਫ਼ਬਾਰੀ ਅਤੇ ਠੰਡ ਕਾਰਨ 2000 ਤੋਂ ਵੱਧ ਉਡਾਣਾਂ ਰੱਦ। ਬਰਫੀਲੇ ਤੂਫਾਨ ਤੋਂ ਪਹਿਲਾਂ ਹੀ ਉਲਝਿਆ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ। ਵਿਦੇਸ਼ ਤੋਂ ਪੰਜਾਬ ਆਉਣ ਵਾਲੇ ਯਾਤਰੀ ਨਹੀਂ ਹੋਣਗੇ ਹੁਣ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੇ ਖੱਜਲ ਖੁਆਰ। ਮਾਣ ਵਾਲੀ ਕੱਲ ਅਮਰੀਕਾ ਦੇ 2 ਸੂਬਿਆਂ ਦੇ ਸਕੂਲ ਸਿਲੇਬਸ ਵਿੱਚ ਸ਼ਾਮਲ ਹੋਵੇਗਾ ਸਿੱਖ ਧਰਮ। ਇੰਡੋਨੇਸ਼ੀਆ ਨੇ ਵਿਦੇਸ਼ੀ ਨਿਵੇਸ਼ਕਾਂ ਦੇ ਲਈ ਸੈਕੰਡ ਹੋਮ ਵੀਜ਼ਾ ਪ੍ਰਕਿਰਿਆ ਕੀਤੀ ਸ਼ੁਰੂ। ਪਾਸਪੋਰਟ ਬਣਵਾਉਣ ਵਾਲਿਆਂ ਦੇ ਲਈ ਅਹਿਮ ਖਬਰ, ਦਫ਼ਤਰ ਨੇ ਜਾਰੀ ਕੀਤੇ ਨਵੇਂ ਸਲਾਟ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਦੁਨੀਆ ਦੇ ਕੁਝ ਹਿੱਸਿਆਂ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ 'ਚ ਤੇਜ਼ੀ ਨਾਲ ਵਾਧਾ ਹੋਣ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰੀ ਮਨਸੁਖ ਨੇ ਕਿਹਾ ਕਿ ਹਵਾਈ ਅੱਡਿਆਂ ਤੇ ਮੁਸਾਫਰਾਂ ਦੀ ਰੈਂਡਮ ਸੈਂਪਲਿੰਗ ਸ਼ੁਰੂ ਹੋ ਗਈ ਹੈ ਅਤੇ ਰਾਜਾਂ ਨੂੰ ਲੋਕਾਂ ਅੰਦਰ ਨਿਗਰਾਨੀ ਵਧਾਉਣ ਵਾਲੇ ਧਿਆਨ ਦੇਣ ਔਰ ਲੋੜੀਂਦੇ ਕੰਟਰੋਲ ਤੇ ਰੋਕਥਾਮ ਦੇ ਉਪਾਅ ਕਰਨ ਅਤੇ ਕੋਵਿਡ-19 ਟੀਕਾਕਰਨ ਦੇ ਲਈ ਇਹਤਿਆਤ ਖੁਰਾਕ ਦਾ ਘੇਰਾ ਵਧਾਉਣ ਦੀ ਲੋੜ ਹੈ। ਸੰਸਦ ਦੇ ਦੋਵਾਂ ਸਦਨਾਂ ਦੇ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਦੀ ਕਿਸੇ ਵੀ ਕਿਸਮ ਦੀ ਆਮਦ ਘਟਾਉਣ ਦੇ ਲਈ ਹਵਾਈ ਅੱਡਿਆਂ ਤੇ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਦੀ 2% ਚੋਣਵੀਂ ਸੈਂਪਲਿੰਗ ਸ਼ੁਰੂ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਸਾਡਾ ਦੁਸ਼ਮਣ ਸਮੇਂ ਦੇ ਨਾਲ-ਨਾਲ ਬਦਲ ਰਿਹਾ ਅਤੇ ਸਾਨੂੰ ਇਸ ਖਿਲਾਫ ਮਜ਼ਬੂਤੀ ਦੇ ਨਾਲ ਸਾਂਝੀ ਲੜਾਈ ਲੜਨ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਰੋਜ਼ਾਨਾ ਔਸਤਨ 153 ਕੇਸ ਸਾਹਮਣੇ ਆ ਰਹੇ ਨੇ, ਜਦਕਿ ਬਾਕੀ ਸਾਰੀ ਦੁਨੀਆ 'ਚ ਰੋਜ਼ਾਨਾ ਆਧਾਰ ਤੇ 5.87 ਲੱਖ ਨਵੇਂ ਕੇਸ ਸਾਹਮਣੇ ਆ ਰਹੇ ਨੇ। ਉਹਨਾਂ ਨੇ ਕਿਹਾ ਕਿ ਸਿਹਤ ਮੰਤਰਾਲਾ ਸਥਿਤੀ ਦੀ ਰੋਜ਼ਾਨਾ ਆਧਾਰ ਤੇ ਸਮੀਖਿਆ ਕਰ ਰਿਹਾ ਅਤੇ ਸੰਭਾਵੀ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਸਲਾਹਾਂ ਜਾਰੀ ਕਰ ਰਿਹਾ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਤਿਉਹਾਰਾਂ ਤੇ ਨਵੇਂ ਸਾਲ ਦੇ ਜਸ਼ਨਾਂ ਨੂੰ ਧਿਆਨ ਵਿੱਚ ਰੱਖਦਿਆਂ ਰਾਜਾਂ ਨੂੰ ਭਾਈਚਾਰਿਆਂ ਦਰਮਿਆਨ ਜਾਗਰੂਕਤਾ ਫੈਲਾਉਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਇਸ ਦੌਰਾਨ ਮਾਸਕ ਪਹਿਨਣਾ, ਹੱਥ ਸਾਫ਼ ਰੱਖਣਾ ਅਤੇ ਸਮਾਜਿਕ ਦੂਰੀ ਦਾ ਪਾਲਣੀ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਰਾਜਾਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਵਿਡ ਟੀਕਾਕਰਨ ਦੇ ਲਈ ਇਹਤਿਆਤ ਖੁਰਾਕ ਦਾ ਘੇਰਾ ਵਧਾਇਆ ਜਾਏ ਅਤੇ ਲੋਕਾਂ ਅੰਦਰ ਇਸ ਬਾਰੇ ਜ਼ਰੂਰੀ ਜਾਗਰੂਕਤਾ ਫੈਲਾਈ ਜਾਏ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਕਿਹਾ ਕਿ ਕੋਰੋਨਾ ਦੀ XBB ਦੀ ਕਿਸਮ ਬਾਰੇ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਮੈਸੇਜ ਪੂਰੀ ਤਰ੍ਹਾਂ ਫਰਜ਼ੀ ਹੈ। ਮੰਤਰਾਲਾ ਨੇ ਟਵਿੱਟਰ ਤੇ ਇਸ ਮੈਸੇਜ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਮੰਤਰਾਲਾ ਨੇ ਕਿਹਾ ਕਿ WhatsApp ਤੇ ਇਸ ਸੰਬੰਧੀ ਸਾਂਝਾ ਕੀਤਾ ਜਾ ਰਿਹਾ ਮੈਸੇਜ ਪੂਰੀ ਤਰ੍ਹਾਂ ਫਰਜ਼ੀ ਹੈ ਤੇ ਗੁੰਮਰਾਹਕੁੰਨ ਹੈ। ਦਿੱਲੀ ਹਾਈ ਕੋਰਟ ਨੇ ਦੇਸ਼ ਵਿਚਾਲੀਆਂ ਘਰੇਲੂ ਉਡਾਣਾਂ ਦੌਰਾਨ ਸਿੱਖਾਂ ਨੂੰ ਗਾਤਰੇ ਨਾਲ ਸਫ਼ਰ ਕਰਨ ਦੀ ਆਗਿਆ ਦੇਣ ਦਾ ਵਿਰੋਧ ਕਰਨ ਵਾਲੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਜਨਹਿਤ ਪਟੀਸ਼ਨ ਰਾਹੀਂ ਸਿੱਖ ਯਾਤਰੀਆਂ ਨੂੰ ਗਾਤਰੇ ਨਾਲ ਸਫ਼ਰ ਕਰਨ ਦੇਣ ਦੀ ਆਗਿਆ ਜੋ ਦਿੰਦੇ ਨੇ ਵਾਲੇ ਕੇਂਦਰ ਦੇ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਗਈ ਸੀ। ਨੋਟੀਫਿਕੇਸ਼ਨ ਦੇ ਵਿੱਚ ਸ਼ਰਤ ਰੱਖੀ ਗਈ ਹੈ ਕਿ ਸਫ਼ਰ ਦੌਰਾਨ ਗਾਤਰੇ ਦੀ ਲੰਬਾਈ 9 ਇੰਚ ਤੋਂ ਵੱਧ ਨਾ ਹੋਏ। ਚੀਫ ਜਸਟਿਸ ਸਤੀਸ਼ ਚੰਦਰ ਸ਼ਰਮਾ ਅਤੇ ਜਸਟਿਸ ਸੁਬਰਾਮਨੀਅਮ ਪ੍ਰਸਾਦ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਅਸੀਂ ਅਜਿਹੇ ਨੀਤੀਗਤ ਫੈਸਲੇ ਵਿੱਚ ਕਿਵੇਂ ਦਖਲ ਦੇ ਸਕਦੇ ਹਾਂ। ਇਹ ਭਾਰਤ ਸਰਕਾਰ ਦਾ ਨੀਤੀਗਤ ਫੈਸਲਾ ਹੈ। ਕ੍ਰਿਸਮਸ ਦੀਆਂ ਛੁੱਟੀਆਂ ਤੋਂ ਪਹਿਲਾਂ ਭਾਰੀ ਬਰਫ਼ਬਾਰੀ ਅਤੇ ਜਮਾ ਦੇਣ ਵਾਲੇ ਤਾਪਮਾਨ ਕਾਰਨ ਵੀਰਵਾਰ ਨੂੰ 2270 ਤੋਂ ਵੱਧ US ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। CNN ਦੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਬਰਫ਼, ਮੀਂਹ, ਬਰਫ਼, ਹਵਾ ਅਤੇ ਠੰਡਾ ਤਾਪਮਾਨ ਪੂਰੇ ਸੰਯੁਕਤ ਰਾਜ ਦੇ ਵਿੱਚ ਹਵਾਈ ਯਾਤਰਾ ਦੀਆਂ ਯੋਜਨਾਵਾਂ ਅਤੇ ਬੱਸ ਅਤੇ ਐਮਟ੍ਰੈਕ ਯਾਤਰੀ ਰੇਲ ਸੇਵਾ ਵਿੱਚ ਵਿਘਨ ਪਾ ਰਹੇ ਨੇ। ਫਲਾਈਟ ਟਰੈਕਿੰਗ ਸਾਈਟ ਫਲਾਈਟ ਅਵੇਅਰ ਦੇ ਅਨੁਸਾਰ ਏਅਰਲਾਈਨਾਂ ਨੇ ਵੀਰਵਾਰ ਸ਼ਾਮ 6 ਵਜੇ ਤੱਕ ਕੇਵਲ 2270 ਤੋਂ ਵੱਧ US ਉਡਾਣਾਂ ਨੂੰ ਰੱਦ ਕਰ ਦਿੱਤਾ ਅਤੇ ਸ਼ੁੱਕਰਵਾਰ ਦੇ ਲਈ ਲਗਭਗ 1000 ਉਡਾਣਾਂ ਨੂੰ ਸਰਗਰਮੀ ਨਾਲ ਰੱਦ ਕਰ ਦਿੱਤਾ ਗਿਆ। ਸ਼ਨੀਵਾਰ ਦੇ ਲਈ 85 ਉਡਾਣਾਂ ਪਹਿਲਾਂ ਹੀ ਰੱਦ ਕਰ ਦਿੱਤੀਆਂ ਗਈਆਂ ਸਨ। CNN ਦੀ ਰਿਪੋਰਟ ਦੇ ਮੁਤਾਬਕ ਵੀਰਵਾਰ ਨੂੰ ਵੀ ਸ਼ਾਮ 6 ਵਜੇ ਤੱਕ 7400 ਤੋਂ ਵੱਧ ਉਡਾਣਾਂ 'ਚ ਦੇਰੀ ਹੋਈ। ਫਲਾਈਟ ਵੇਅਰ ਡੇਟਾ ਦਿਖਾਉਂਦੇ ਨੇ ਕਿ ਸ਼ਿਕਾਗੋ ਅਤੇ ਡੈਨਵਰ ਦੇ ਵਿੱਚ ਪ੍ਰਭਾਵ ਸਭ ਤੋਂ ਸਖਤ ਮਹਿਸੂਸ ਕੀਤੇ ਜਾ ਰਹੇ ਨੇ, ਜਿੱਥੇ ਲਗਭਗ ਹਰੇਕ ਹਵਾਈ ਅੱਡੇ ਤੇ 1/4 ਆਗਮਨ ਅਤੇ ਰਵਾਨਗੀ ਦੀਆਂ ਸੈਂਕੜੇ ਉਡਾਣਾਂ ਵੀਰਵਾਰ ਨੂੰ ਰੱਦ ਕਰ ਦਿੱਤੀਆਂ ਗਈਆਂ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਇੱਕ ਨੋਟਿਸ ਦੇ ਅਨੁਸਾਰ ਵੀਰਵਾਰ ਨੂੰ ਇੱਕ ਬਿੰਦੂ ਤੇ ਸ਼ਿਕਾਗੋ ਦੇ ਓਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਔਸਤਨ 159 ਮਿੰਟ ਲਗਭਗ 3 ਘੰਟੇ ਬਰਫ਼ਬਾਰੀ ਕਾਰਨ ਦੇਰੀ ਹੋ ਰਹੀ ਸੀ। ਸ਼ਾਮ 5 ਵਜੇ ਦੇ ਆਸ-ਪਾਸ ਓਹੀਅਰ ਵਿਖੇ ਤਾਪਮਾਨ 9 ਡਿਗਰੀ ਫਾਰਨਹੀਟ ਤੱਕ ਡਿੱਗ ਗਿਆ।
ਰਾਸ਼ਟਰੀ ਮੌਸਮ ਸੇਵਾ ਨੇ ਬਰਫ਼ਬਾਰੀ ਅਤੇ ਜਮਾਂ ਦੇਣ ਵਾਲੀ ਧੁੰਦ ਦੀ ਸੂਚਨਾ ਦਿੱਤੀ ਹੈ। FAA ਨੇ ਕਿਹਾ ਕਿ ਡਲਾਸ ਲਵ, ਡਲਾਸ ਫੋਰਟ ਵਰਥ, ਡੈਨਵਰ ਅਤੇ ਮਿਆਨਾਪੋਲਿਸ ਹਵਾਈ ਅੱਡਿਆਂ ਤੇ ਰਵਾਨਾ ਹੋਣ ਵਾਲੇ ਜਹਾਜ਼ਾਂ ਨੂੰ ਸੁਰੱਖਿਅਤ ਯਾਤਰਾ ਦੇ ਲਈ ਡੀ-ਆਈਸਿੰਗ ਤਲ ਦੇ ਛਿੜਕਾਅ ਦੀ ਲੋੜ ਹੁੰਦੀ ਹੈ। ਇਸ ਦੌਰਾਨ ਬਹੁਤ ਸਾਰੀਆਂ ਏਅਰਲਾਈਨਸ ਨੇ ਮੌਸਮ ਦੀ ਛੋਟ ਜਾਰੀ ਕੀਤੀ ਹੈ, ਜਿਸ ਨਾਲ ਯਾਤਰੀਆਂ ਨੂੰ ਇੱਕ ਛੋਟੇ ਵਿੰਡੋ ਦੇ ਦੌਰਾਨ ਜੁਰਮਾਨੇ ਤੋਂ ਬਿਨਾਂ ਆਪਣੇ ਯਾਤਰਾ ਪ੍ਰੋਗਰਾਮ ਨੂੰ ਬਦਲਣ ਦੀ ਆਗਿਆ ਦਿੱਤੀ ਗਈ ਹੈ। ਉਹਨਾਂ ਨੇ ਜਿਨ੍ਹਾਂ ਦੀਆਂ ਉਡਾਣਾਂ ਅਜੇ ਵੀ ਰਵਾਨਾ ਹੋਣੀਆਂ ਨੇ, ਆਵਾਜਾਈ ਸੁਰੱਖਿਆ ਪ੍ਰਸ਼ਾਸਨ ਸਿਫਾਰਿਸ਼ ਕਰ ਰਿਹਾ ਹੈ ਯਾਤਰੀ ਆਮ ਨਾਲੋਂ ਪਹਿਲਾਂ ਹਵਾਈ ਅੱਡੇ ਤੇ ਪਹੁੰਚਣ। ਗ੍ਰੇਹਾਉਂਡ ਨੇ ਵੀਰਵਾਰ ਨੂੰ ਗਾਹਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਲੇ 2 ਦਿਨਾਂ ਵਿੱਚ ਮੱਧ ਪੱਛਮੀ ਵਿੱਚ ਯਾਤਰਾ ਕਰਨ ਵਾਲਿਆਂ ਦੀਆਂ ਯਾਤਰਾਵਾਂ ਵਿੱਚ ਦੇਰੀ ਹੋ ਸਕਦੀ ਹੈ ਜਾਂ ਪੂਰੀ ਤਰ੍ਹਾਂ ਰੱਦ ਹੋ ਸਕਦੀਆਂ ਨੇ। ਇੰਟਰਸਿਟੀ ਬੱਸ ਸੇਵਾ ਦੇ ਸਭ ਤੋਂ ਵੱਡੇ ਪ੍ਰਦਾਤਾ ਗ੍ਰੇਹਾਉਂਡ ਨੇ ਪੱਛਮੀ ਵਰਜੀਨੀਆ ਤੋਂ ਮਿਨੀਸੋਟਾ ਤੱਕ 1 ਦਰਜਨ ਤੋਂ ਵੱਧ ਸ਼ਹਿਰਾਂ ਨੂੰ ਸੂਚੀਬੱਧ ਕੀਤਾ ਜੋ ਪ੍ਰਭਾਵਿਤ ਹੋਏ ਲੋਕਾਂ ਵਿੱਚੋਂ ਹਨ। ਐਮਟ੍ਰੈਕ ਨੂੰ ਮੱਧ ਪੱਛਮੀ ਅਤੇ ਉੱਤਰ ਪੂਰਬ ਦੀਆਂ ਕੁਝ ਲਾਈਨਾਂ ਦੇ ਲਈ ਯਾਤਰੀ ਸੇਵਾ ਦੇਰੀ ਜਾਂ ਰੱਦ ਕਰਨ ਦੇ ਲਈ ਵੀ ਮਜਬੂਰ ਕੀਤਾ ਗਿਆ। ਆਪਣੇ ਨੋਟਿਸ ਵਿੱਚ ਐਮਟ੍ਰੈਕ ਨੇ ਕਿਹਾ ਕਿ ਸੰਸ਼ੋਧਿਤ ਕੀਤੀਆਂ ਜਾ ਰਹੀਆਂ ਰੇਲ ਗੱਡੀਆਂ ਤੇ ਰਿਜ਼ਰਵੇਸ਼ਨ ਵਾਲੇ ਗਾਹਕਾਂ ਨੂੰ ਆਮ ਤੌਰ ਤੇ ਸਮਾਨ ਰਵਾਨਗੀ ਦੇ ਸਮੇਂ ਜਾਂ ਕਿਸੇ ਹੋਰ ਦਿਨ ਵਾਲੀਆਂ ਰੇਲ ਗੱਡੀਆਂ 'ਚ ਸ਼ਾਮਲ ਕੀਤਾ ਜਾਏਗਾ। ਓਨਟਾਰੀਓ ਦੇ ਵਿੱਚ ਸ਼ੁੱਕਰਵਾਰ ਨੂੰ ਬਰਫੀਲੇ ਤੂਫਾਨ ਦੀ ਚੇਤਾਵਨੀ ਦੇ ਦਰਮਿਆਨ ਪੀਅਰਸ ਇੰਟਰਨੈਸ਼ਨਲ 에ਅਰਪੋਰਟ ਤੇ ਮੁਸਾਫਰਾਂ ਦੇ ਖੱਜਲ ਖੁਆਰ ਹੋਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਮੌਸਮ ਖਰਾਬ ਹੋਣ ਤੇ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਨੇ। ਏਅਰ ਕੈਨੇਡਾ ਦਾ ਮੰਨਣਾ ਹੈ ਕਿ 21 ਦਸੰਬਰ ਤੋਂ ਆਉਂਦੀ 8 ਜਨਵਰੀ ਤੱਕ 22 ਲੱਖ ਤੋਂ ਵੱਧ ਲੋਕ ਆਪਣੀ ਮੰਜ਼ਿਲ ਤੇ ਪੁੱਜਣ ਦੇ ਲਈ ਹਵਾਈ ਅੱਡਿਆਂ ਤੇ ਆਉਣਗੇ। ਐਨਵਾਇਰਨਮੈਂਟ ਕੈਨੇਡਾ ਦੇ ਮੁਤਾਬਕ ਵੀਰਵਾਰ ਸ਼ਾਮ ਤੋਂ ਬਰਫ਼ਬਾਰੀ ਸ਼ੁਰੂ ਹੋ ਸਕਦੀ ਹੈ ਅਤੇ ਸ਼ੁੱਕਰਵਾਰ ਸਵੇਰ ਤੱਕ 15 ਸੈਂਟੀਮੀਟਰ ਬਰਫ਼ ਡਿੱਗ ਸਕਦੀ ਹੈ। ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਕਸਟਮ ਜਾਂਚ ਵੇਲੇ ਦਰਪੇਸ਼ ਸਮੱਸਿਆਵਾਂ ਸੰਬੰਧੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦਿਆਂ ਨੇ ਏਅਰਪੋਰਟ ਤੇ ਕਸਟਮ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਸੰਬੰਧ ਵਿੱਚ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਮੀਟਿੰਗ ਵਿੱਚ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਕਸਟਮ ਜਾਂਚ ਸਮੇਂ ਕੇਵਲ ਸੰਵੇਦਨਸ਼ੀਲ ਉਡਾਣਾਂ ਦੀਆਂ ਸਵਾਰੀਆਂ ਦੇ ਸਮਾਨ ਦੀ ਚੈਕਿੰਗ ਵੱਲ ਹੀ ਧਿਆਨ ਦਿੱਤਾ ਜਾਏਗਾ। ਉਸ ਸਮੇਂ ਕਿਸੇ ਹੋਰ ਉਡਾਣ ਤੋਂ ਆਏ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਏਗੀ। ਜ਼ਿਕਰਯੋਗ ਹੈ ਕਿ ਏਅਰਪੋਰਟ ਡਾਇਰੈਕਟਰ ਵੀਕੇ ਸੇਠ ਵੱਲੋਂ ਇਹ ਮੀਟਿੰਗ ਸੱਦੀ ਗਈ ਸੀ, ਜਿਸ ਵਿੱਚ ਕਸਟਮ ਕਮਿਸ਼ਨਰ ਰਾਹੁਲ ਨਾਨਗਰੇ, ਡਿਪਟੀ ਕਮਿਸ਼ਨਰ ਨਵਨੀਤ ਕੌਸ਼ਲ, ਏਅਰਪੋਰਟ ਆਪਰੇਸ਼ਨਜ਼ ਮੈਨੇਜਰ ਕੈਪਟਨ ਵਿਵੇਕ ਅਤਰੀ ਤੇ ਡਿਊਟੀ ਮੈਨੇਜਰ ਤਿਲਕਰਾਜ ਹਾਜ਼ਰ ਸਨ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ UAE ਵਿੱਚ ਰੁਕ ਕੇ ਸ਼ਾਰਜਾ ਹਵਾਈ ਅੱਡੇ ਰਾਹੀਂ ਅਮਰੀਕਾ ਤੋਂ ਅੰਮ੍ਰਿਤਸਰ ਪੁੱਜੇ ਸਨ। ਉਹਨਾਂ ਨੇ ਦਿੱਲੀ ਦੀ ਬਜਾਏ ਸਿੱਧਾ ਅੰਮ੍ਰਿਤਸਰ ਆਉਣ ਦੇ ਲਈ ਸ਼ਾਰਜਾ ਤੋਂ ਫਲਾਈਟ ਫੜੀ ਸੀ। ਸ਼ਾਰਜਾ ਤੋਂ ਆਉਣ ਵਾਲੀ ਉਡਾਣ ਦੇ ਸਾਰੇ ਯਾਤਰੀਆਂ ਦੇ ਸਮਾਨ ਨੂੰ ਕਸਟਮ ਵੱਲੋਂ ਜਾਂਚ ਅਧੀਨ ਰੱਖਿਆ ਗਿਆ। ਇਸ ਉਡਾਣ ਤੋਂ ਕੁਝ ਹੀ ਸਮਾਂ ਪਹਿਲਾਂ ਸਿੰਗਾਪੁਰ ਤੋਂ ਆਈ ਉਡਾਣ ਤੋਂ 300 ਤੋਂ ਵੱਧ ਯਾਤਰੀਆਂ ਦੇ ਉਤਰਨ ਕਾਰਨ ਸਮੱਸਿਆ ਹੋਰ ਵੱਧ ਗਈ, ਕਿਉਂਕਿ ਦੋਹਾਂ ਉਡਾਣਾਂ ਦੇ 450 ਤੋਂ ਵੱਧ ਯਾਤਰੀਆਂ ਦੇ ਸਮਾਨ ਨੂੰ 에ਅਰਪੋਰਟ ਤੇ ਗ੍ਰੀਨ ਚੈਨਲ ਬੰਦ ਕਰਕੇ ਸਮਾਨ ਸਕੈਨਿੰਗ ਮਸ਼ੀਨ ਤੇ ਮੁੜ ਰਖਵਾਇਆ ਜਾ ਰਿਹਾ ਸੀ। ਉਹਨਾਂ ਨੇ ਦੇਖਿਆ ਕਿ 2 ਸਕੈਨਰ ਹੋਣ ਦੇ ਬਾਵਜੂਦ ਕੇਵਲ 21 ਸਕੈਨਰ ਵਰਤਿਆ ਜਾ ਰਿਹਾ। ਉਹਨਾਂ ਨੇ ਦੱਸਿਆ ਕਿ ਇਸੇ ਕਾਰਨ ਉੱਥੇ ਭੀੜ ਲੱਗ ਗਈ ਅਤੇ ਵੱਖਰੀਆਂ ਕਤਾਰਾਂ ਦੇ ਲਈ ਕੋਈ ਵਿਵਸਥਾ ਨਾ ਹੋਣ ਕਾਰਨ ਬੱਚੇ, ਬਜ਼ੁਰਗ ਅਤੇ ਅਪਾਹਜ ਯਾਤਰੀਆਂ ਨੂੰ 1 ਘੰਟੇ ਤੋਂ ਵੱਧ ਸਮੇਂ ਤੱਕ ਦਾ ਇੰਤਜ਼ਾਰ ਕਰਨਾ ਪਿਆ। ਇਸੇ ਤਰ੍ਹਾਂ ਕਤਰ ਦੀ ਦੋਹਾ ਤੋਂ ਉਡਾਣ, ਜਿਸ ਵਿੱਚ ਵੱਡੀ ਗਿਣਤੀ 'ਚ ਅਮਰੀਕਾ, ਕੈਨੇਡਾ, ਯੂਰਪ ਤੋਂ ਯਾਤਰੀ ਆਉਂਦੇ ਨੇ, ਦੇ ਨਾਲ ਹੀ ਦੁਬਈ ਦੀ ਉਡਾਣ ਆਉਣ ਨਾਲ ਉਸ ਉਡਾਣ ਦੇ ਯਾਤਰੀਆਂ ਨੂੰ ਵੀ ਮੁਸ਼ਕਲ ਹੋ ਰਹੀ ਸੀ। ਉਹਨਾਂ ਨੂੰ ਪਤਾ ਲੱਗਾ ਹੈ ਕਿ ਹਵਾਈ ਅੱਡੇ ਦੇ ਸਟਾਫ ਨੂੰ ਸ਼ਾਰਜਾ ਤੇ ਦੁਬਈ ਤੋਂ ਆਉਣ ਵਾਲੇ ਯਾਤਰੀਆਂ ਦੇ ਸਮਾਨ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੇ ਲਈ ਨਿਰਦੇਸ਼ ਦਿੱਤੇ ਗਏ ਨੇ, ਕਿਉਂਕਿ ਬਾਰ-ਬਾਰ ਸੋਨੇ ਦੀ ਤਸਕਰੀ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ। ਅਮਰੀਕਾ ਵਿੱਚ 2.4 ਕਰੋੜ ਤੋਂ ਜ਼ਿਆਦਾ ਵਿਦਿਆਰਥੀ ਹੁਣ ਸਿੱਖ ਧਰਮ ਬਾਰੇ ਜਾਣਕਾਰੀ ਲੈ ਸਕਣਗੇ। 2 ਹੋਰ ਸੂਬਿਆਂ ਵਿੱਚ ਨਵੇਂ ਸਮਾਜਿਕ ਅਧਿਐਨ ਮਾਪਦੰਡਾਂ ਦੇ ਪੱਖ ਵਿੱਚ VOTING ਕੀਤੀ ਹੈ, ਜਿਸ ਵਿੱਚ ਪਹਿਲੀ ਵਾਰ ਉਹਨਾਂ ਦੇ ਸਕੂਲੀ ਸਿਲੇਬਸ ਵਿੱਚ ਸਿੱਖ ਧਰਮ ਨੂੰ ਸ਼ਾਮਲ ਕੀਤਾ ਜਾਏਗਾ। ਯੂਟਾ ਅਤੇ ਮਿਸੀਸਿਪੀ ਹਾਲ ਹੀ ਵਿੱਚ ਅਮਰੀਕਾ 'ਚ 15ਵੇਂ ਅਤੇ 16ਵੇਂ ਸੂਬੇ ਬਣ ਗਏ ਨੇ, ਜਿਨ੍ਹਾਂ ਨੇ ਆਪਣੇ ਸਮਾਜਿਕ ਅਧਿਐਨ ਸਿਲੇਬਸ ਦੇ ਵਿੱਚ ਸਿੱਖ ਧਰਮ, ਸਿੱਖ ਪ੍ਰਥਾਵਾਂ ਅਤੇ ਰਵਾਇਤਾਂ ਬਾਰੇ ਜਾਣਕਾਰੀ ਸ਼ਾਮਲ ਕੀਤੀ ਹੈ। ਨਵੇਂ ਮਾਪਦੰਡ ਯੂਟਾ ਵਿੱਚ 6,06,000 ਵਿਦਿਆਰਥੀਆਂ ਅਤੇ ਮਿਸੀਸਿਪੀ ਵਿੱਚ 4,57,000 ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਦੇਣਗੇ। ਸਿੱਖ ਧਰਮ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਭਾਈਚਾਰੇ ਨੇ ਨਾਗਰਿਕ ਅਧਿਕਾਰਾਂ, ਰਾਜਨੀਤਿਕ, ਖੇਤੀਬਾੜੀ, ਇੰਜੀਨੀਅਰਿੰਗ ਅਤੇ ਦਵਾਈ ਦੇ ਖੇਤਰਾਂ ਵਿੱਚ 125 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕੀ ਸਮਾਜ ਵਿੱਚ ਯੋਗਦਾਨ ਪਾਇਆ।
ਜੈਕਸਨ ਦੇ ਸਿੱਖ ਭਾਈਚਾਰੇ ਦੇ ਮੈਂਬਰ ਅਮਰੀਕ ਸਿੰਘ ਨੇ ਕਿਹਾ ਕਿ ਨਵੇਂ ਮਾਪਦੰਡ ਮਿਸੀਸਿਪੀ ਵਿੱਚ ਸਾਡੇ ਵੱਧ ਰਹੇ ਸਿੱਖ ਭਾਈਚਾਰੇ ਦੇ ਲਈ ਸਾਡੇ ਗੁਆਂਢੀਆਂ ਨੂੰ ਸਿੱਖ ਧਰਮ ਬਾਰੇ ਸਿੱਖਿਅਤ ਕਰਨ ਅਤੇ ਸੂਬੇ ਵਿੱਚ ਸਿੱਖ ਵਿਦਿਆਰਥੀਆਂ ਦੀ ਬਿਹਤਰ ਸੁਰੱਖਿਆ ਅਤੇ ਪਛਾਣ ਕਰਨ ਦਾ ਮੌਕਾ ਪ੍ਰਦਾਨ ਕਰਦੇ ਨੇ। ਸਿੱਖ ਵਿਦਿਆਰਥੀਆਂ ਦੇ ਅਨੁਸਾਰ ਇਹ ਕਦਮ ਆਪਣੇ ਅਧਿਆਪਕਾਂ ਤੇ ਸਹਿਪਾਠੀਆਂ ਨੂੰ ਧਰਮ ਬਾਰੇ ਸਹੀ ਢੰਗ ਨਾਲ ਸੰਵਿਧਾਨਕ ਢੰਗ ਨਾਲ ਸਿੱਖਿਅਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਸਿੱਖ ਅਲਾਇੰਸ ਨੇ ਇਸ ਸਾਲ ਜਨਵਰੀ ਵਿੱਚ ਸਟੇਟ ਬੋਰਡ ਆਫ ਐਜੂਕੇਸ਼ਨ ਦੀ ਮੀਟਿੰਗ 'ਚ ਸਿੱਖਾਂ ਨੂੰ ਨਵੇਂ ਮਾਪਦੰਡਾਂ ਵਿੱਚ ਸ਼ਾਮਲ ਕਰਨ ਦੀ ਸ਼ੁਰੂਆਤ ਬੇਨਤੀ ਤੋਂ ਬਾਅਦ ਇਹ ਕਦਮ ਚੁੱਕਿਆ। ਸਿੱਖ ਅਲਾਇੰਸ ਦੇ ਸੀਨੀਅਰ ਐਜੂਕੇਸ਼ਨ ਮੈਨੇਜਰ ਹਰਮਨ ਸਿੰਘ ਨੇ ਇੱਕ ਬਿਆਨ 'ਚ ਕਿਹਾ ਕਿ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿੱਚ ਸਥਾਨਕ ਗੋਦ ਲੈਣ ਅਤੇ ਹੋਰ ਸੰਮਿਲਿਤ ਮਾਪਦੰਡਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਏਗੀ। ਸਿੱਖ ਕੋਲੀਸ਼ਨ ਨੇ ਕਿਹਾ ਕਿ ਇਸ ਪ੍ਰਕਿਰਿਆ ਦੌਰਾਨ ਯੂਟਾ ਅਤੇ ਮਿਸੀਸਿਪੀ ਸਿੱਖਿਆ ਵਿਭਾਗਾਂ ਦੇ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾ। ਇੰਡੋਨੇਸ਼ੀਆ ਦਾ ਸੈਕੰਡ ਹੋਮ ਵੀਜ਼ਾ ਜੋ ਵਿਦੇਸ਼ੀਆਂ ਨੂੰ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ 'ਚ 5 ਜਾਂ 10 ਸਾਲ ਤੱਕ ਰਹਿਣ ਦੀ ਆਗਿਆ ਦਿੰਦਾ ਹੈ, ਹੁਣ ਪ੍ਰਭਾਵੀ ਹੋਣਾ ਸ਼ੁਰੂ ਹੋ ਗਿਆ। ਕਾਨੂੰਨ ਅਤੇ ਮਨੁੱਖੀ ਅਧਿਕਾਰ ਮੰਤਰੀ ਲਾਓਲੀ ਨੇ ਇਸ ਸਕੀਮ ਦੇ ਲਾਗੂ ਹੋਣ ਦਾ ਐਲਾਨ ਕੀਤਾ, ਜਿਸ ਦਾ ਉਦੇਸ਼ ਦੁਨੀਆ ਭਰ ਦੇ ਕਾਰੋਬਾਰੀ ਲੋਕਾਂ ਨੂੰ, ਨਿਵੇਸ਼ਕਾਂ ਨੂੰ ਇੰਡੋਨੇਸ਼ੀਆ ਵਿੱਚ ਕਾਰੋਬਾਰ ਕਰਨ ਦੇ ਲਈ ਆਕਰਸ਼ਿਤ ਕਰਨਾ ਹੈ। ਲਾਓਲੀ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਵਿਦੇਸ਼ੀ ਲੋਕਾਂ ਨੂੰ ਇੱਕ ਵੀਜ਼ਾ, ਇੱਕ ਸੀਮਤ ਸਟੇ ਪਰਮਿਟ ਅਤੇ ਇੱਕ ਰੀ-ਐਂਟਰੀ ਪਰਮਿਟ ਦੇ ਲਈ ਕੇਵਲ ਇੱਕ ਸਬਮਿਸ਼ਨ ਨੂੰ ਲਾਗੂ ਕਰਨ ਦੀ ਲੋੜ ਹੁੰਦੀ ਹੈ। ਫਿਰ ਜਦੋਂ ਉਹ ਇਮੀਗ੍ਰੇਸ਼ਨ ਚੈੱਕ ਪੁਆਇੰਟ ਰਾਹੀਂ ਇੰਡੋਨੇਸ਼ੀਆ ਖੇਤਰ ਵਿੱਚ ਦਾਖਲ ਹੁੰਦੇ ਨੇ ਤਾਂ ਉਹਨਾਂ ਦਾ ਸੈਕੰਡ ਹੋਮ ਲਿਮਿਟਡ ਸੂਟ ਪਰਮਿਟ ਸਵੈਚਾਲਿਤ ਤੌਰ ਤੇ ਜਾਰੀ ਕੀਤਾ ਜਾਏਗਾ ਅਤੇ ਉਹਨਾਂ ਦੀਆਂ ਈਮੇਲਾਂ ਤੇ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਭੇਜਿਆ ਜਾਏਗਾ। ਗੈਰ ਇੰਡੋਨੇਸ਼ੀਆਈ ਨਾਗਰਿਕ ਜਾਂ ਉਹਨਾਂ ਦੀ ਗਰੰਟਰ ਇੰਡੋਨੇਸ਼ੀਆਈ ਡਾਇਰੈਕਟੋਰੇਟ ਜਨਰਲ ਆਫ ਇਮੀਗ੍ਰੇਸ਼ਨ ਦੀ ਵੈਬਸਾਈਟ ਆਧਾਰਿਤ ਐਪ ਰਾਹੀਂ ਸੈਕੰਡ ਹੋਮ ਵੀਜ਼ੇ ਦੇ ਲਈ ਅਰਜ਼ੀ ਦੇ ਸਕਦੇ ਨੇ। ਸੈਕੰਡ ਹੋਮ ਵੀਜ਼ਾ ਦੇ ਲਈ ਬਿਨੇਕਾਰਾਂ ਨੂੰ 2 ਬਿਲੀਅਨ ਰੁਪਏ ਦੇ ਫੰਡ ਜਾਂ ਇੰਡੋਨੇਸ਼ੀਆ ਵਿੱਚ ਆਪਣੀ ਜਾਇਦਾਦ ਦੀ ਮਲਕੀਅਤ ਦਾ ਸਬੂਤ ਦਿਖਾਉਣ ਦੀ ਲੋੜ ਹੁੰਦੀ ਹੈ। ਇੰਡੋਨੇਸ਼ੀਆ ਦੀ ਸਰਕਾਰੀ ਮਾਲਕੀ ਵਾਲੇ ਬੈਂਕ ਵਿੱਚ ਫੰਡਾਂ ਦਾ ਸਬੂਤ ਜਾਂ ਜਾਇਦਾਦ ਦੀ ਮਾਲਕੀ ਦੇ ਪ੍ਰਮਾਣ ਪੱਤਰ ਇਮੀਗ੍ਰੇਸ਼ਨ ਦਫ਼ਤਰਾਂ ਵਿੱਚ ਅਧਿਕਾਰੀਆਂ ਨੂੰ ਉਹਨਾਂ ਦੇ ਸੈਕੰਡ ਹੋਮ ਪਰਮਿਟ ਜਾਰੀ ਕਰਨ ਦੀ ਮਿਤੀ ਤੋਂ 90 ਦਿਨ ਬਾਅਦ ਦਿਖਾਉਣੇ ਚਾਹੀਦੇ ਨੇ। ਬਿਨੇਕਾਰਾਂ ਨੂੰ 3 ਬਿਲੀਅਨ ਰੁਪਏ ਦੇ ਗੈਰ ਟੈਕਸ ਰਾਜ ਮਾਲੀਆ ਚਾਰਜ ਦਾ ਭੁਗਤਾਨ ਕਰਨ ਦੀ ਵੀ ਲੋੜ ਹੁੰਦੀ ਹੈ, ਜਿਸ ਦਾ ਭੁਗਤਾਨ ਗੈਰ ਟੈਕਸ ਰਾਜ ਮਾਲੀਆ ਆਨਲਾਈਨ ਭੁਗਤਾਨ ਪੋਰਟਲ ਰਾਹੀਂ ਇੰਡੋਨੇਸ਼ੀਆ ਦੇ ਖੇਤਰ ਦੇ ਬਾਹਰ ਜਾ ਕੇ ਕੀਤਾ ਜਾ ਸਕਦਾ ਹੈ। 24 ਦਸੰਬਰ ਨੂੰ ਜਲੰਧਰ ਵਿੱਚ ਲੱਗਣ ਵਾਲੇ ਪਾਸਪੋਰਟ ਮੇਲੇ ਦੇ ਲਈ ਰੀਜਨਲ ਪਾਸਪੋਰਟ ਦਫ਼ਤਰ ਨੇ ਤਤਕਾਲ ਅਤੇ ਫਰੈਸ਼ ਪਾਸਪੋਰਟ ਦੇ ਸਲਾਟ ਜਾਰੀ ਕਰ ਦਿੱਤੇ ਨੇ। ਜਲੰਧਰ, ਮੋਗਾ, ਫਗਵਾੜਾ, ਹੁਸ਼ਿਆਰਪੁਰ, ਪਠਾਨਕੋਟ ਦੇ ਲਈ ਕੁੱਲ 2375 ਅਪਾਇੰਟਮੈਂਟਸ ਦੇ ਸਲਾਟ ਜਾਰੀ ਕੀਤੇ ਗਏ ਔਰ ਪਾਸਪੋਰਟ ਦਫ਼ਤਰ ਦੀ ਅਧਿਕਾਰਤ ਵੈਬਸਾਈਟ ਤੇ ਬਿਨੇਕਾਰ ਪਾਸਪੋਰਟ ਦੀ ਅਪਾਇੰਟਮੈਂਟ ਲੈ ਸਕਦੇ ਨੇ। ਜੇਕਰ ਕਿਸੇ ਬਿਨੇਕਾਰ ਦੀ ਜਨਵਰੀ ਅਤੇ ਫਰਵਰੀ ਵਿੱਚ ਅਪਾਇੰਟਮੈਂਟ ਹੈ ਤਾਂ ਉਹ ਰੀਸ਼ੈਡਿਊਲ ਕਰ ਸਕਦੇ ਨੇ। ਇੱਥੇ ਦੱਸਣਯੋਗ ਹੈ ਕਿ ਬੀਤੇ ਸ਼ਨੀਵਾਰ ਬਿਨੇਕਾਰਾਂ ਨੂੰ ਪਾਸਪੋਰਟ ਮੇਲੇ ਦਾ ਲਾਭ ਚੁੱਕਿਆ ਸੀ। ਉਦੋਂ ਫਰੈਸ਼ ਪਾਸਪੋਰਟ ਅਪਾਇੰਟਮੈਂਟ ਬੁੱਕ ਸਨ, ਜਦਕਿ ਤਤਕਾਲ ਦਾ ਜ਼ਿਆਦਾਤਰ ਸਲਾਟ ਖਾਲੀ ਰਿਹਾ। ਪਾਸਪੋਰਟ ਦਫ਼ਤਰ ਅਧਿਕਾਰੀ ਜਸ਼ਪਾਲ ਦਾ ਕਹਿਣਾ ਹੈ ਕਿ ਜਿਸ ਬਿਨੇਕਾਰ ਦੇ ਕੋਲ ਤਤਕਾਲ ਪਾਸਪੋਰਟ ਸੰਬੰਧਤ ਦਸਤਾਵੇਜ਼ ਪੂਰੇ ਨੇ ਉਹੀ ਅਪਲਾਈ ਕਰਨ। ਦਸਤਾਵੇਜ਼ ਪੂਰੇ ਨਹੀਂ ਹਨ ਤਾਂ ਨਾਰਮਲ ਕੈਟਾਗਰੀ ਵਿੱਚ ਅਪਲਾਈ ਕਰ ਸਕਦੇ ਨੇ। ਗੁਰੂ ਨਾਨਕ ਮਿਸ਼ਨ ਚੌਂਕ ਸਥਿਤ ਪਾਸਪੋਰਟ ਸੇਵਾ ਕੇਂਦਰ 1, ਡਾਕਟਰ BR ਅੰਬੇਦਕਰ ਚੌਂਕ ਸਥਿਤ PSK 2 ਅਤੇ ਹੁਸ਼ਿਆਰਪੁਰ ਸੇਵਾ ਕੇਂਦਰ ਵਿੱਚ ਅਗਲਾ ਪਾਸਪੋਰਟ ਮੇਲਾ ਸਵੇਰੇ 10 ਵਜੇ ਸ਼ੁਰੂ ਹੋ ਜਾਏਗਾ। ਅਮਰੀਕਾ ਦੀ ਅਧਿਕਾਰਤ ਯਾਤਰਾ ਤੇ ਗਏ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੂੰ ਕੀ ਨਿਊਯਾਰਕ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਸੋਸ਼ਲ ਮੀਡੀਆ ਵਿੱਚ ਇਹ ਦਾਅਵਾ ਕੀਤਾ ਗਿਆ, ਪਰ ਇਹਨਾਂ ਰਿਪੋਰਟਾਂ 'ਚ ਗ੍ਰਿਫਤਾਰੀ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਮਤਾਜ਼ ਜ਼ਹਿਰਾ ਬਲੂਚ ਨੇ ਨਿਊਯਾਰਕ ਵਿੱਚ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੀ ਗ੍ਰਿਫਤਾਰੀ ਦੀਆਂ ਖਬਰਾਂ ਨੂੰ ਝੂਠੀਆਂ ਅਤੇ ਤੱਥਾਂ ਦੇ ਉਲਟ ਦੱਸਿਆ ਹੈ। ਆਪਣੀ ਹਫ਼ਤਾਵਾਰੀ ਪ੍ਰੈਸ ਬਰੀਫਿੰਗ ਵਿੱਚ ਉਹਨਾਂ ਨੇ ਇਸ ਖਬਰ ਨੂੰ ਫਰਜ਼ੀ ਦੱਸਦੇ ਹੋਏ ਇਸ ਮਾਮਲੇ ਤੇ ਇੱਕ ਪੱਤਰਕਾਰ ਦੀ ਗੰਭੀਰਤਾ ਤੇ ਸਵਾਲ ਚੁੱਕਿਆ। ਵਿਦੇਸ਼ ਮੰਤਰਾਲਾ ਨੇ ਬਿਲਾਵਲ ਦੀ ਅਮਰੀਕੀ ਯਾਤਰਾ ਨੂੰ ਵੱਧ ਤੋਂ ਵੱਧ ਉਤਪਾਦਕ ਅਤੇ ਪਾਕਿਸਤਾਨ ਦੇ ਵਿਆਪਕ ਦੋ-ਪੱਖੀ ਸੰਬੰਧਾਂ ਨੂੰ ਹੋਰ ਗੂੜਾ ਕਰਨ ਦੀ ਦਿਸ਼ਾ 'ਚ ਇੱਕ ਹੋਰ ਮਹੱਤਵਪੂਰਨ ਕਦਮ ਦੱਸਿਆ। ਬਿਲਾਵਲ ਭੁੱਟੋ ਪਿਛਲੇ ਦਿਨੀ ਉਸ ਸਮੇਂ ਚਰਚਾ 'ਚ ਆਏ ਸਨ ਜਦੋਂ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਤਿਅੰਤ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਚੰਡੀਗੜ੍ਹ ਦੀ ਰਹਿਣ ਵਾਲੀ ਵਕੀਲ ਕੁਦਰਤ ਦੱਤਾ ਚੌਧਰੀ ਨੂੰ ਸੈਨ ਫਰਾਂਸਿਸਕੋ ਵਿਖੇ ਪ੍ਰਵਾਸੀ ਅਧਿਕਾਰਾਂ ਦੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਹ ਅਹੁਦਾ ਹਾਸਲ ਕਰਨ ਵਾਲੇ ਉਹ ਪਹਿਲੇ ਦੱਖਣੀ ਏਸ਼ੀਆਈ ਨੇ। ਇੱਕ ਕਮਿਸ਼ਨਰ ਵਜੋਂ ਉਹਨਾਂ ਦਾ ਕੰਮ SF ਦੇ ਸ਼ਹਿਰ ਅਤੇ ਕਾਉਂਟੀ ਵਿੱਚ ਪ੍ਰਵਾਸੀ ਮੁੱਦਿਆਂ ਤੇ
ਮੇਅਰ ਅਤੇ ਸੁਪਰਵਾਈਜ਼ਰਾਂ ਦੇ ਬੋਰਡ ਨੂੰ ਸਲਾਹ ਦੇਣਾ ਹੋਏਗਾ। ਦੱਸ ਦਈਏ ਕਿ ਪਹਿਲੀ ਵਾਰ ਹੈ ਜਦੋਂ ਇੱਕ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰ ਨੂੰ ਸੰਯੁਕਤ ਰਾਜ ਅਮਰੀਕਾ 'ਚ ਇਮੀਗ੍ਰੇਸ਼ਨ ਅਧਿਕਾਰਾਂ 'ਚ ਕਮਿਸ਼ਨਰ ਦੇ ਅਨਿੱਖੜਵੇਂ ਅਹੁਦੇ ਦੇ ਲਈ ਚੁਣਿਆ ਗਿਆ ਹੈ। ਪੇਸ਼ੇ ਤੋਂ ਇੱਕ ਵਕੀਲ ਕੁਦਰਤ ਦੱਤਾ ਚੌਧਰੀ ਹੁਣ ਇਮੀਗ੍ਰੈਂਟ ਰਾਈਟ ਸਨ ਫਰਾਂਸਿਸਕੋ ਦੀ ਨਵੀਂ ਕਮਿਸ਼ਨਰ ਨੇ। ਉਹਨਾਂ ਨੂੰ ਸੌਂਪੇ ਗਏ ਕਈ ਫਰਜ਼ਾਂ 'ਚੋਂ ਚੌਧਰੀ ਲਿੰਗ ਆਧਾਰਿਤ ਹਿੰਸਾ ਦੇ ਆਧਾਰ ਤੇ ਸ਼ਰਨ ਮੰਗਣ ਵਾਲੇ ਲੋਕਾਂ ਨਾਲ ਵੀ ਨਜਿੱਠੇਗੀ। ਭਾਰਤ ਅਮਰੀਕਾ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਦੇ ਨਾਲ ਦੋਵਾਂ ਦੇਸ਼ਾਂ ਦੇ ਰੱਖਿਆ ਮੁਖੀਆਂ ਨੇ ਖੇਤਰੀ ਤੇ ਆਲਮੀ ਸੁਰੱਖਿਆ ਮਾਹੌਲ ਅਤੇ ਦੁਵੱਲੇ ਸਹਿਯੋਗ ਤੇ ਸੂਚਨਾ ਦੇ ਵਟਾਂਦਰੇ ਨੂੰ ਹੋਰ ਮਜ਼ਬੂਤ ਕਰਨ ਦੇ ਢੰਗਾਂ ਬਾਰੇ ਚਰਚਾ ਕੀਤੀ। ਸਰਹੱਦ ਤੇ ਭਾਰਤ ਤੇ ਚੀਨ ਵਿਚਾਲੇ ਵੱਧਦੇ ਤਣਾਅ ਦਰਮਿਆਨ ਅਮਰੀਕਾ ਦੇ ਜੁਆਇੰਟ ਚੀਫ ਆਫ ਸਟਾਫ ਜਨਰਲ ਮਾਰਕ ਏ ਮਿਲੇ ਅਤੇ ਉਹਨਾਂ ਦੇ ਭਾਰਤੀ ਹਮਰੁਤਬਾ ਭਾਰਤੀ ਰੱਖਿਆ ਬਲ ਦੇ ਜਨਰਲ ਅਨਿਲ ਚੌਹਾਨ ਵਿਚਾਲੇ ਇਹ ਮੀਟਿੰਗ ਹੋਈ। ਜੁਆਇੰਟ ਸਟਾਫ ਦੇ ਉਪ ਤਰਜਮਾਨ ਜ਼ੋਫ ਆਰ ਹੌਲਸਟੀਡ ਨੇ ਮੀਟਿੰਗ ਦੇ ਵੇਰਵੇ ਦਿੰਦਿਆਂ ਕਿਹਾ ਦੋਵਾਂ ਸੈਨਾਵਾਂ ਦੇ ਆਗੂਆਂ ਨੇ ਖੇਤਰੀ ਤੇ ਆਲਮੀ ਸੁਰੱਖਿਆ ਮਾਹੌਲ ਦੇ ਮੁਲਾਂਕਣ ਸਾਂਝੇ ਕੀਤੇ ਅਤੇ ਦੁਵੱਲੇ ਫੌਜੀ ਸੰਬੰਧਾਂ ਤੇ ਸੂਚਨਾ ਤੇ ਆਦਾਨ ਪ੍ਰਦਾਨ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ਬਾਰੇ ਚਰਚਾ ਕੀਤੀ। ਉਹਨਾਂ ਨੇ ਕਿਹਾ ਕਿ ਭਾਰਤ ਤੇ ਭਾਰਤ ਅਮਰੀਕਾ ਰੱਖਿਆ ਭਾਈਵਾਲੀ ਤਹਿਤ ਮਜ਼ਬੂਤ ਫੌਜੀ ਸੰਬੰਧਾਂ ਨੂੰ ਸਾਂਝਾ ਕਰਦੇ ਨੇ। ਉਹਨਾਂ ਨੇ ਕਿਹਾ ਕਿ ਭਾਰਤ ਇੱਕ ਮੁਕਤ ਹਿੰਦ ਪ੍ਰਸ਼ਾਂਤ ਖੇਤਰ ਨੂੰ ਬਣਾਈ ਰੱਖਣ 'ਚ ਅਹਿਮ ਭੂਮਿਕਾ ਨਿਭਾ ਰਿਹਾ। ਅਮਰੀਕਾ ਭਾਰਤ ਤੇ ਹੋਰ ਕਈ ਆਲਮੀ ਸ਼ਕਤੀਆਂ ਸਰੋਤਾਂ ਦੇ ਨਾਲ ਭਰਪੂਰ ਤੇ ਰਣਨੀਤਿਕ ਤੌਰ ਤੇ ਅਹਿਮ ਖੇਤਰ 'ਚ ਚੀਨ ਦੇ ਵੱਧਦੇ ਫੌਜੀ ਪ੍ਰਬੰਧਨ ਦੀ ਪਿੱਠਭੂਮੀ 'ਚ ਇੱਕ ਆਜ਼ਾਦ ਖੁੱਲ੍ਹੇ ਦੇ ਖੁਸ਼ਹਾਲ ਹਿੰਦ ਪ੍ਰਸ਼ਾਂਤ ਨੂੰ ਯਕੀਨੀ ਬਣਾਉਣ ਦੀ ਲੋੜ ਬਾਰੇ ਗੱਲ ਕਰ ਰਹੀਆਂ ਨੇ। ਭਾਰਤੀ ਮੂਲ ਦੇ ਅਟਾਰਨੀ ਵਿਵੇਕ ਮੁਲਕ ਨੂੰ ਅਮਰੀਕੀ ਰਾਜ ਮਿਸੌਰੀ ਦਾ ਪਹਿਲਾ ਗੈਰ ਗੋਰਾ ਖਜ਼ਾਨਚੀ ਨਿਯੁਕਤ ਕੀਤਾ ਗਿਆ। ਗਵਰਨਰ ਮਾਈਕ ਪੌਟਸਨ ਨੇ ਇਸ ਦੀ ਘੋਸ਼ਣਾ ਕੀਤੀ। ਹਰਿਆਣਾ ਵਿੱਚ ਜਨਮੇ 45 ਸਾਲਾ ਮਲਕ ਰਿਪਬਲਿਕਨ ਖਜ਼ਾਨਚੀ ਸਕਾਟ ਫਿਟਜ਼ਪੈਟਰਿਕ ਦੀ ਥਾਂ ਲੈਣਗੇ ਜੋ ਜਨਵਰੀ ਵਿੱਚ ਸਟੇਟ ਆਡੀਟਰ ਬਣਨ ਦੇ ਲਈ ਅਹੁਦਾ ਛੱਡ ਰਹੇ ਨੇ। ਪੌਟਸਨ ਨੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ ਵਿਵੇਕ ਮਾਲਕ ਮਿਸੂਰੀ ਰਾਜ ਦੇ ਸਾਡੇ ਅਗਲੇ ਰਾਜ ਖਜ਼ਾਨਚੀ ਹੋਣਗੇ। ਵਿਵੇਕ ਦੀ ਨਿਯੁਕਤੀ ਮਿਸੂਰੀ ਸਟੇਟ ਆਡੀਟਰ ਦੇ ਦਫ਼ਤਰ ਵਿੱਚ ਖਜ਼ਾਨਚੀ ਸਕਾਟ ਫਿਟਜ਼ਪੈਟਰਿਕ ਦੀ ਚੋਣ ਨਾਲ ਪੈਦਾ ਹੋਈ ਖਾਲੀ ਥਾਂ ਨੂੰ ਭਰ ਦੇਗੀ। ਵਾਈਲਡਵੁੱਡ ਨਿਵਾਸੀ ਮੁਲਕ 2002 ਵਿੱਚ ਦੱਖਣ ਪੂਰਬੀ ਮਿਸੂਰੀ ਸਟੇਟ ਯੂਨੀਵਰਸਿਟੀ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਪਣਾ ਮਾਸਟਰ ਡਿਗਰੀ ਪ੍ਰਾਪਤ ਕਰਨ ਦੇ ਲਈ ਮਿਸੂਰੀ ਆਏ ਸੀ। ਉਹਨਾਂ ਨੇ 2006 ਵਿੱਚ ਆਪਣਾ ਕਾਨੂੰਨ ਅਭਿਆਸ ਸ਼ੁਰੂ ਕੀਤਾ ਅਤੇ 2011 ਵਿੱਚ ਇੱਕ ਲਾਅ ਫਰਮ ਖੋਲ੍ਹੀ। ਪੌਟਸਨ ਨੇ ਪੋਸਟ ਵਿੱਚ ਕਿਹਾ ਹੈ ਕਿ ਜਦੋਂ ਉਹ ਪਹੁੰਚੇ ਉਹਨਾਂ ਦੀ ਜੇਬ ਵਿੱਚ ਕੇਵਲ $300 ਸਨ ਪਰ ਉਹਨਾਂ ਨੇ ਕੋਈ ਬਹਾਨਾ ਨਹੀਂ ਬਣਾਇਆ। ਹਾਲ ਹੀ ਵਿੱਚ ਮਲਕ ਨੂੰ ਦੱਖਣ ਪੂਰਬੀ ਮਿਸੂਰੀ ਬੋਰਡ ਆਫ ਗਵਰਨਰਸ ਦੇ ਲਈ ਚੁਣਿਆ ਗਿਆ ਸੀ। ਮਿਸੌਰੀ ਦੇ ਗਵਰਨਰ ਨੇ ਕਿਹਾ ਕਿ ਵਿਵੇਕ ਇੱਕ ਪਰਿਵਾਰਕ ਵਿਅਕਤੀ ਛੋਟੇ ਕਾਰੋਬਾਰ ਦਾ ਮਾਲਕ ਰੂੜੀਵਾਦੀ ਨੇਤਾ ਪ੍ਰਤਿਭਾਸ਼ਾਲੀ ਅਟਾਰਨੀ ਅਤੇ ਅਮਰੀਕੀ ਸੁਪਨੇ ਦਾ ਇੱਕ ਸੱਚਾ ਰੂਪ ਨੇ। ਅਸੀਂ ਜਾਣਦੇ ਹਾਂ ਕਿ ਉਹ ਲੋਕਾਂ ਦੇ ਪੈਸੇ ਅਤੇ ਵਿਸ਼ਵਾਸ ਦੀ ਰਾਖੀ ਦੇ ਲਈ ਹਰ ਰੋਜ਼ ਸਖਤ ਮਿਹਨਤ ਕਰਨਗੇ। ਉਸਦੇ ਲਿੰਕਡਇਨ ਬਾਇਓ ਦੇ ਅਨੁਸਾਰ ਉਹਨਾਂ ਨੇ ਵੱਖ-ਵੱਖ ਉਦਯੋਗਾਂ ਵਿੱਚ ਬਹੁਤ ਸਾਰੀਆਂ ਕੰਪਨੀਆਂ ਦੇ ਨਾਲ ਕੰਮ ਕੀਤਾ ਅਤੇ ਸਾਰੀਆਂ ਵੀਜ਼ਾ ਸ਼੍ਰੇਣੀਆਂ ਦੇ ਵਿੱਚ ਹੁਨਰਮੰਦ ਕਾਮਿਆਂ ਨੂੰ ਅਮਰੀਕਾ ਲਿਆਉਣ ਵਿੱਚ ਮਦਦ ਕੀਤੀ। ਮਿਸੂਰੀ ਭਾਈਚਾਰਿਆਂ ਲਈ ਉਹਨਾਂ ਦੀ ਸੇਵਾ ਅਤੇ ਯੋਗਦਾਨ ਦੇ ਲਈ ਉਹਨਾਂ ਨੂੰ ਮਿਸੂਰੀ ਸੈਨੇਟ ਅਤੇ ਮਿਸੂਰੀ ਹਾਊਸ ਵੱਲੋਂ ਮਾਨਤਾ ਦਿੱਤੀ ਗਈ। 3 ਬੱਚਿਆਂ ਦੇ ਪਿਤਾ ਮਲਕ ਨੇ ਕਿਹਾ ਕਿ ਮਿਸੌਰੀ ਰਾਜ ਦੇ ਅਗਲੇ ਰਾਜ ਖਜ਼ਾਨਚੀ ਵਜੋਂ ਸੇਵਾ ਕਰਨ ਦੇ ਯੋਗ ਹੋਣਾ ਮੇਰੇ ਲਈ ਜੀਵਨ ਦਾ ਸਨਮਾਨ ਹੈ ਅਤੇ ਮੈਂ ਮਿਸੌਰੀ ਦੇ ਲੋਕਾਂ ਦਾ ਵਧੀਆ ਨੌਕਰੀ ਦੇਣ ਦਾ ਵਾਅਦਾ ਕਰਦਾ ਹਾਂ। ਆਸਟ੍ਰੇਲੀਆ ਵਿੱਚ ਬੁੱਧਵਾਰ ਨੂੰ ਤੂਫਾਨ ਤੇ ਭਾਰੀ ਮੀਂਹ ਕਾਰਨ ਮੈਲਬੌਰਨ ਏਅਰਪੋਰਟ ਤੇ ਮੌਜੂਦ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਰੀ ਮੀਂਹ ਕਾਰਨ ਟਰਮੀਨਲ ਦੀਆਂ ਛੱਤਾਂ ਦੀਆਂ ਕੰਧਾਂ ਵਿੱਚ ਪਾਣੀ ਵੜ ਗਿਆ। ਏਅਰਪੋਰਟ ਦੇ ਫਰਸ਼ ਤੋਂ ਲੈ ਕੇ ਕੰਟੀਨ ਤੱਕ ਹਰ ਪਾਸੇ ਬਰਸਾਤ ਦੇ ਪਾਣੀ ਨੇ ਲੋਕਾਂ ਦੇ ਲਈ ਮੁਸ਼ਕਲ ਖੜੀ ਕਰ ਦਿੱਤੀ। ਮੈਲਬੌਰਨ ਹਵਾਈ ਅੱਡੇ ਦੇ ਬੁਲਾਰੇ ਨੇ ਡੇਲੀ ਮੇਲ ਨੂੰ ਦੱਸਿਆ ਕਿ ਆਸਟ੍ਰੇਲੀਆ ਦੇ ਕਈ ਟਰਮੀਨਲਸ ਤੋਂ ਪਾਣੀ ਲੀਕ ਹੋਣ ਦੀ ਸੂਚਨਾ ਮਿਲੀ ਹੈ ਤੇ ਮੀਂਹ ਕਾਰਨ ਕੁਝ ਉਡਾਣਾਂ ਵਿੱਚ ਦੇਰੀ ਹੋ ਰਹੀ ਹੈ। ਬੁਲਾਰੇ ਨੇ ਕਿਹਾ ਕਿ ਜ਼ਬਰਦਸਤ ਤੂਫਾਨ ਕਾਰਨ ਟਰਮੀਨਲ ਤੋਂ ਕੁਝ ਲੀਕ ਹੋ ਗਈ ਹੈ ਅਤੇ ਸਾਡੇ ਕਰਮਚਾਰੀ ਇਸ ਨੂੰ ਸਾਫ਼ ਕਰਨ ਦੇ ਲਈ ਕੰਮ ਕਰ ਰਹੇ ਨੇ। ਬੁਲਾਰੇ ਨੇ ਕਿਹਾ ਕਿ ਅਸੀਂ ਇਸ ਸੁਵਿਧਾ ਦੇ ਲਈ ਆਪਣੇ ਸਾਰੇ ਯਾਤਰੀਆਂ ਤੋਂ ਮਾਫੀ ਮੰਗਦੇ ਹਾਂ ਇਸ ਅਸੁਵਿਧਾ ਦੇ ਲਈ ਔਰ ਦੱਸ ਦਈਏ ਕਿ ਕਈ ਯਾਤਰੀਆਂ ਨੇ ਸੋਸ਼ਲ ਮੀਡੀਆ ਤੇ ਪਾਣੀ ਲੀਕ ਹੋਣ ਦੀਆਂ ਕਈ ਵੀਡੀਓਜ਼ ਅਪਲੋਡ ਕੀਤੀਆਂ ਨੇ। ਮੌਸਮ ਵਿਗਿਆਨ ਬਿਊਰੋ ਨੇ ਮੈਲਬੌਰਨ ਦੇ ਲਈ ਤੇਜ਼ ਤੂਫਾਨ ਦੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਰਾਜ ਭਰ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਪੱਤਰਕਾਰ ਜ਼ੈਕੀ ਦੁਆਰਾ ਇੰਸਟਾਗ੍ਰਾਮ ਤੇ ਪੋਸਟ ਕੀਤੀ ਗਈ ਵੀਡੀਓ ਦੇ ਵਿੱਚ ਛੱਤ ਤੋਂ ਪਾਣੀ ਡਿੱਗਦਾ ਦੇਖਿਆ ਜਾ ਸਕਦਾ ਹੈ। ਏਅਰਪੋਰਟ ਦੇ ਫਰਸ਼ ਤੇ ਮੀਂਹ ਦਾ ਪਾਣੀ ਦਿਖਾਈ ਦੇ ਰਿਹਾ। ਖਾਸ ਗੱਲ ਇਹ ਹੈ ਕਿ ਚਾਰੇ ਪਾਸੇ ਪਾਣੀ ਦਾ ਰਸਾਵ ਦੇਖ ਕੇ ਏਅਰਪੋਰਟ ਸਟਾਫ ਵੀ ਹੈਰਾਨ ਰਹਿ ਗਿਆ।
ਕੈਨੇਡਾ ਵਿੱਚ ਮਹਿੰਗਾਈ ਦਰ ਮਾਮੂਲੀ ਤੌਰ ਤੇ ਹੇਠਾਂ ਆਈ ਹੈ, ਪਰ ਗਰੋਸਰੀ ਦੀਆਂ ਆਸਮਾਨ ਚੜ੍ਹੀਆਂ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲ ਸਕੀ। ਨਵੰਬਰ ਦੌਰਾਨ ਗਰੋਸਰੀ ਕੀਮਤਾਂ ਸਾਲਾਨਾ ਆਧਾਰ ਤੇ 11.4% ਵਧੀਆਂ ਨੇ, ਜਿਨ੍ਹਾਂ ਵਿੱਚੋਂ ਖਾਣ ਵਾਲੇ ਤੇਲ ਸਭ ਤੋਂ ਵੱਧ 26% ਮਹਿੰਗੇ ਹੋਏ ਨੇ, ਜਦਕਿ ਚਾਹ ਅਤੇ ਕੌਫੀ ਦੀਆਂ ਕੀਮਤਾਂ 16.8% ਵਾਧਾ ਹੋਇਆ। ਸਟੈਟਿਕਸ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ ਬਗੈਰ ਐਲਕੋਹਲ ਵਾਲੇ ਡਰਿੰਕਸ 19.4% ਮਹਿੰਗੇ ਹੋਏ, ਜਦਕਿ ਆਂਡਿਆਂ ਦਾ ਭਾਅ 16.7% ਵੱਧ ਰਿਹਾ। ਕੈਨੇਡਾ ਦੇ ਸੂਬੇ ਓਨਟਾਰੀਓ ਦੇ ਵਿੱਚ ਵੀਰਵਾਰ ਰਾਤ ਤੋਂ ਵੱਡੇ ਤੂਫਾਨ ਦੀ ਚੇਤਾਵਨੀ ਦਿੱਤੀ ਗਈ। ਇਸ ਸਥਿਤੀ ਵਿੱਚ ਰਹਿਣ ਵਾਲਾ ਮੁੱਖ ਬਿਜਲੀ ਕੰਪਨੀ ਹਾਈਡਰੋ ਵਨ ਵੱਲ ਲੋਕਾਂ ਨੂੰ ਸਲਾਹ ਦਿੱਤੀ ਗਈ। ਚੀਨ ਵਿੱਚ ਕੋਰੋਨਾ ਨੇ ਭਿਆਨਕ ਰੂਪ ਧਾਰਨ ਕਰ ਲਿਆ। ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਕਾਰਨ ਚੀਨ ਦੇ ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਨੇ। ਚੀਨ ਵਿੱਚ ਕੋਰੋਨਾ ਦੀ ਇਹ ਲਹਿਰ ਓਮਿਕਰੋਨ ਦੇ BF.7 ਵੈਰੀਐਂਟ ਤੋਂ ਆਈ ਹੈ। ਇਹ ਵੈਰੀਐਂਟ ਭਾਰਤ ਵਿੱਚ ਵੀ ਪਹੁੰਚ ਗਿਆ। ਗੁਜਰਾਤ ਵਿੱਚ 2 ਮਰੀਜ਼ਾਂ ਵਿੱਚ ਇਸ ਦੀ ਪੁਸ਼ਟੀ ਹੋ ਗਈ ਹੈ ਇਸ ਰੂਪ ਦੀ, ਔਰ ਲੋਕਾਂ ਨੂੰ ਡਰ ਹੈ ਕਿ ਆਉਣ ਵਾਲੇ ਦਿਨਾਂ 'ਚ ਮਰੀਜ਼ਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਅੰਤਰਰਾਸ਼ਟਰੀ ਪੱਧਰ ਤੇ ਇਸ ਵੈਰੀਐਂਟ ਦੇ ਫੈਲਣ ਤੋਂ ਬਾਅਦ ਹਵਾਈ ਉਡਾਣਾਂ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੁਆਰਾ ਇਸ ਦੇ ਫੈਲਣ ਦੀ ਸੰਭਾਵਨਾ ਹੈ। ਇਸ ਦੌਰਾਨ ਸਰਕਾਰ ਨੇ ਲੋਕਾਂ ਦੀਆਂ ਚਿੰਤਾਵਾਂ ਤੇ ਆਪਣਾ ਸਟੈਂਡ ਸਪਸ਼ਟ ਕੀਤਾ। ਸਰਕਾਰ ਨੇ ਕਿਹਾ ਕਿ ਚੀਨ ਤੋਂ ਭਾਰਤ ਜਾਂ ਭਾਰਤ ਤੋਂ ਚੀਨ ਦੇ ਲਈ ਕੋਈ ਸਿੱਧੀ ਉਡਾਣ ਨਹੀਂ ਹੈ, ਪਰ ਅਜਿਹੀਆਂ ਕਈ ਉਡਾਣਾਂ ਹਨ ਜੋ ਚੀਨ ਦੇ ਰਸਤੇ ਭਾਰਤ ਆਉਂਦੀਆਂ ਨੇ। ਨਿਊਜ਼ ਏਜੰਸੀ ANI ਨੇ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਭਾਰਤ ਅਤੇ ਚੀਨ ਨੂੰ ਜੋੜਨ ਵਾਲੀ ਕਿਸੇ ਵੀ ਕਨੈਕਟਿੰਗ ਫਲਾਈਟ ਨੂੰ ਰੋਕਣ ਦਾ ਫਿਲਹਾਲ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ, ਔਰ ਇਸ ਸੰਬੰਧੀ ਅੰਤਿਮ ਫੈਸਲਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਲੈਣਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਕੇਵਲ ਉਡਾਣਾਂ ਦੇ ਸੰਚਾਲਨ ਦੇ ਪ੍ਰਬੰਧ ਨੂੰ ਦੇਖਦਾ ਹੈ, ਉਹ ਅਜਿਹੇ ਨੀਤੀਗਤ ਫੈਸਲੇ ਨਹੀਂ ਲੈ ਸਕਦਾ। ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਚੀਨ ਦੇ ਨਾਲ ਉਡਾਣ ਤੇ ਪਾਬੰਦੀ ਲਗਾਉਣ ਅਤੇ ਦੇਸ਼ ਵਿੱਚ ਸਖਤ ਕੋਵਿਡ ਪਾਬੰਦੀਆਂ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਸਮੇਂ ਸਖਤ ਕੋਵਿਡ ਪ੍ਰੋਟੋਕਾਲ ਲਾਗੂ ਕਰਨਾ ਚਾਹੀਦਾ। ਚੀਨ ਤੋਂ ਇਲਾਵਾ ਅਮਰੀਕਾ, ਜਾਪਾਨ ਅਤੇ ਕੋਰੀਆ ਵਿੱਚ ਵੀ ਕੋਰੋਨਾ ਦੇ ਮਾਮਲੇ ਵਧੇ ਨੇ। ਇਸ ਦੇ ਲਈ ਭਾਰਤ ਨੂੰ ਹਾਈ ਅਲਰਟ ਤੇ ਰਹਿਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਡਾ ਨੇ ਵੀ ਕੋਵਿਡ ਮਾਮਲਿਆਂ ਦੇ ਵਧਣ ਤੇ ਸੰਸਦ ਵਿੱਚ ਚਰਚਾ ਦੀ ਮੰਗ ਕੀਤੀ ਹੈ। ਉਹਨਾਂ ਨੇ ਭਾਰਤ ਅਤੇ ਚੀਨ ਨੂੰ ਜੋੜਨ ਵਾਲੀਆਂ ਉਡਾਣਾਂ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਹਰਿਆਣਾ ਅਤੇ ਪੰਜਾਬ ਵਿੱਚ ਧੁੰਦ ਕਾਰਨ ਕਈ ਥਾਵਾਂ ਤੇ ਜਨਜੀਵਨ ਪ੍ਰਭਾਵਿਤ ਹੋਇਆ। ਦੋਵਾਂ ਰਾਜਾਂ ਦੇ ਕੁਝ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਚਲਾ ਗਿਆ। ਧੁੰਦ ਕਾਰਨ ਦਿਖਣ ਨਾ ਹੱਦ ਜਿਹੜੀ ਹੈ ਉਹ ਘੱਟ ਹੋ ਗਈ ਹੈ, ਔਰ ਹਾਦਸਿਆਂ ਦਾ ਖਤਰਾ ਬਣਦਾ ਜਾ ਰਿਹਾ। ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਆਦਮਪੁਰ, ਹਲਵਾਰਾ, ਬਠਿੰਡਾ ਤੇ ਫਰੀਦਕੋਟ ਵਿੱਚ ਵੀ ਇਹੋ ਸਥਿਤੀ ਬਣੀ ਰਹੀ। ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਘੱਟੋ-ਘੱਟ 5 ਡਿਗਰੀ ਸੈਲਸੀਅਸ ਤਾਪਮਾਨ ਰਿਹਾ, ਔਰ ਸੂਬੇ ਦਾ ਸਭ ਤੋਂ ਠੰਡਾ ਸਥਾਨ ਵੀ ਇਹੀ ਰਿਹਾ। ਵਿਭਾਗ ਦੇ ਮੁਤਾਬਕ ਅੰਮ੍ਰਿਤਸਰ ਦੇ ਵਿੱਚ ਘੱਟੋ-ਘੱਟ ਤਾਪਮਾਨ 8.4 ਡਿਗਰੀ, ਲੁਧਿਆਣਾ ਦੇ ਵਿੱਚ 8 ਡਿਗਰੀ, ਪਟਿਆਲਾ ਦੇ ਵਿੱਚ 8.2 ਡਿਗਰੀ, ਬਠਿੰਡਾ ਦੇ ਵਿੱਚ 5.8 ਡਿਗਰੀ ਅਤੇ ਮੋਹਾਲੀ ਦੇ ਵਿੱਚ ਵੀ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦੇ ਵਿੱਚ ਮਹਿੰਦਰਗੜ੍ਹ 4.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਡਾ ਰਿਹਾ, ਜਦੋਂ ਕਿ ਹਿਸਾਰ ਦਾ ਘੱਟੋ-ਘੱਟ ਤਾਪਮਾਨ 6.7 ਡਿਗਰੀ ਸੈਲਸੀਅਸ, ਕਰਨਾਲ ਦਾ 8.2, ਅੰਬਾਲਾ ਦਾ 8.4, ਭਿਵਾਨੀ ਦਾ 6.2, ਸਿਰਸਾ ਦਾ 9.2 ਅਤੇ ਰੋਹਤਕ ਵਿੱਚ ਵੀ ਘੱਟੋ-ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ ਰਿਹਾ। ਲਗਾਤਾਰ ਠੰਡ ਵੱਧ ਰਹੀ ਹੈ, ਔਰ ਸ੍ਰੀਨਗਰ ਵਿੱਚ ਚਿੱਲਾ ਕਲਾਂ ਦੇ 40 ਦਿਨਾਂ ਦੇ ਠੰਡ ਦੇ ਸਮੇਂ ਦਾ ਆਗਾਜ਼ ਵੀ ਹੋ ਗਿਆ। ਸ੍ਰੀਨਗਰ ਵਿੱਚ ਬੁੱਧਵਾਰ ਦੀ ਰਾਤ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਰਹੀ। ਠੰਡ ਕਾਰਨ ਵਾਟਰ ਸਪਲਾਈ ਲਾਈਨ ਡਲ ਝੀਲ ਅੰਦਰੋਂ ਜੰਮਣੀ ਸ਼ੁਰੂ ਹੋ ਗਈ ਹੈ। ਸ੍ਰੀਨਗਰ ਵਿੱਚ ਬੁੱਧਵਾਰ ਦੀ ਰਾਤ -5.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਔਰ ਲਗਾਤਾਰ ਠੰਡ ਨੇ ਆਪਣੀ ਜਗ੍ਹਾ ਬਣਾ ਲਈ ਹੈ। ਯੂਕਰੇਨ ਦੇ ਨਾਲ ਜੰਗ ਦਾ 1 ਸਾਲ ਪੂਰਾ ਹੋਣ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਐਲਾਨ ਕੀਤਾ ਹੈ ਕਿ ਉਹ ਜਲਦ ਯੁੱਧ ਨੂੰ ਖਤਮ ਕਰਨਾ ਚਾਹੁੰਦੇ ਨੇ। ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੇ ਅਮਰੀਕਾ ਦੌਰੇ ਤੋਂ ਬਾਅਦ ਪੁਤਿਨ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇਸ ਸੰਘਰਸ਼ ਨੂੰ ਖਤਮ ਕਰਨਾ ਸਾਡਾ ਮੁੱਖ ਮਕਸਦ ਹੈ। ਅਸੀਂ ਇਸ ਦੇ ਲਈ ਕੋਸ਼ਿਸ਼ ਕਰ ਰਹੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ। ਪੁਤਿਨ ਨੇ ਕਿਹਾ ਕਿ ਚਾਹੇ ਕਿਸੇ ਤਰ੍ਹਾਂ ਦੇ ਨਾਲ ਹੋਵੇ, ਲੇਕਿਨ ਸਾਡੇ ਸੰਘਰਸ਼ ਖਤਮ ਹੁੰਦੇ ਨੇ। ਸਾਡਾ ਦੁਸ਼ਮਣ ਜਿੰਨੀ ਜਲਦੀ ਇਸ ਗੱਲ ਨੂੰ ਸਮਝੇਗਾ, ਉਨਾ ਬਿਹਤਰ ਹੋਏਗਾ। ਪੁਤਿਨ ਨੇ ਪਹਿਲੀ ਵਾਰ ਜਨਤਕ ਤੌਰ ਤੇ ਯੂਕਰੇਨ ਦੇ ਸਪੈਸ਼ਲ ਮਿਲਟਰੀ ਆਪਰੇਸ਼ਨ ਨੂੰ ਯੁੱਧ ਕਿਹਾ। ਮੀਡੀਆ ਦੇ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਨੇ ਅਮਰੀਕਾ ਤੇ ਦੋਸ਼ ਲਗਾਇਆ ਕਿ ਉਹ ਰੂਸ ਨੂੰ ਕਮਜ਼ੋਰ ਕਰਨ ਦੇ ਲਈ ਯੂਕਰੇਨ ਦਾ ਇਸਤੇਮਾਲ ਕਰ ਰਿਹਾ। ਦੁਨੀਆ ਭਰ ਵਿੱਚ ਕੋਰੋਨਾ ਦੇ ਓਮਿਕਰੋਨ ਵੈਰੀਐਂਟ ਕੇ ਨਵਾਂ ਸਬ ਵੈਰੀਐਂਟ B.FS ਕਹਿਰ ਮਚਾ ਰਿਹਾ। ਭਾਰਤ ਵਿੱਚ ਵੀ ਇਸ ਦਾ ਸਬ ਵੈਰੀਐਂਟ ਦੇ ਕੇਸ ਮਿਲਣ ਤੋਂ ਬਾਅਦ ਸਰਕਾਰ ਅਲਰਟ ਤੇ ਹੈ। ਉੱਤਰ ਪ੍ਰਦੇਸ਼ ਸਰਕਾਰ ਵੀ ਇਸ ਨੂੰ ਲੈ ਕੇ ਮੀਟਿੰਗਸ ਕਰ ਰਹੀ ਹੈ। ਇਸ ਵਿਚਾਲੇ ਭਾਰਤ ਦਾ ਸਭ ਤੋਂ ਵੱਡਾ ਟੂਰਿਸਟ
ਅਟਰੈਕਸ਼ਨ ਤਾਜ ਮਹਿਲ ਨੂੰ ਵੀ ਕੋਵਿਡ ਅਲਰਟ ਤੇ ਰੱਖ ਦਿੱਤਾ ਗਿਆ। ਤਾਜ ਮਹਿਲ ਨੂੰ ਦੇਖਣ ਦੇ ਲਈ ਰੋਜ਼ਾਨਾ ਹੀ ਬਹੁਤ ਸਾਰੇ ਟੂਰਿਸਟ ਪਹੁੰਚਦੇ ਨੇ। ਅਜਿਹੇ ਵਿੱਚ ਜਾਣਕਾਰੀ ਮਿਲੀ ਹੈ ਕਿ ਤਾਜ ਕੰਪਲੈਕਸ ਵਿੱਚ ਟੂਰਿਸਟਸ ਦੀ ਜਿਹੜੀ ਐਂਟਰੀ ਹੈ ਕੋਵਿਡ ਟੈਸਟਿੰਗ ਦੇ ਆਧਾਰ ਤੇ ਹੀ ਦਿੱਤੀ ਜਾਏਗੀ। ਹੁਣ ਨਾਲ ਦੇ ਨਾਲ ਇਹ ਜਿਹੜਾ ਅਲਰਟ ਹੈ ਲਗਾ ਦਿੱਤਾ ਗਿਆ ਹੈ। ਕੋਵਿਡ ਅਲਰਟ ਤੇ ਬਿਨਾਂ ਕਰੋਨਾ ਟੈਸਟ ਦੇ ਐਂਟਰੀ ਤੇ ਰੋਕ ਹੈ ਔਰ ਤਾਜ ਮਹਿਲ ਵੀ ਕੋਵਿਡ ਅਲਰਟ ਤੇ ਪਹੁੰਚ ਗਿਆ ਹੈ। ਤਾਜ ਮਹਿਲ ਨੂੰ ਦੇਖਣ ਦੇ ਲਈ ਰੋਜ਼ਾਨਾ ਹੀ ਬਹੁਤ ਸਾਰੇ ਟੂਰਿਸਟ ਪਹੁੰਚਦੇ ਨੇ। ਅਜਿਹੇ ਵਿੱਚ ਜਾਣਕਾਰੀ ਮਿਲੀ ਹੈ ਕਿ ਤਾਜ ਕੰਪਲੈਕਸ ਵਿੱਚ ਟੂਰਿਸਟਾਂ ਦੀ ਐਂਟਰੀ ਕੋਵਿਡ ਟੈਸਟਿੰਗ ਦੇ ਆਧਾਰ ਤੇ ਵੀ ਦਿੱਤੀ ਜਾਏਗੀ। ਰਿਪੋਰਟਾਂ ਦੇ ਮੁਤਾਬਕ ਆਗਰਾ ਦੇ ਜ਼ਿਲ੍ਹਾ ਸਿਹਤ ਸੂਚਨਾ ਅਧਿਕਾਰੀ ਨੇ ਦੱਸਿਆ ਕਿ ਆਗਰਾ ਦੇ ਤਾਜ ਮਹਿਲ ਨੂੰ ਅਲਰਟ ਤੇ ਰੱਖਿਆ ਗਿਆ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ੍ਰੀ ਅਕਾਲ।